ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਸਾਹਿਬ ਜੀ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸੈ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰਿ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ। ਕਹਿ ਨਾਨਕ ਗੁਰ ਪ੍ਰਸਾਦੇ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਹੋਈ ਆਨੰਦ ਸਾਹਿਬ ਜੀ ਦੀ ਬਾਣੀ, ਜਿਸ ਦੀ ਵਿਚਾਰ ਆਪਾਂ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਕਰਦੇ ਹਾਂ। ਅੱਜ 18ਵੀਂ ਪੌੜੀ ਦੀ ਵਿਚਾਰ ਆਪਾਂ ਸਾਰਿਆਂ ਨੇ ਕਰਨੀ ਹੈ। ਬੜੇ ਸੁੰਦਰ ਬਚਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਅੱਜ ਦੀ ਜੋ ਵਿਚਾਰ ਹੈ ਉਹਦੇ ਉਪਦੇਸ਼ ਦ੍ਰਿੜ ਕਰਾਉਣ ਦਾ ਯਤਨ ਕੀਤਾ ਹੈ। ਜ਼ਿੰਦਗੀ ਦੇ ਵਿੱਚ ਨਾ ਪਵਿੱਤਰਤਾ ਬੜੀ ਜ਼ਰੂਰੀ ਹੈ। ਜਦ ਤੱਕ ਪਵਿੱਤਰਤਾ ਨਹੀਂ ਆਵੇਗੀ, ਸਾਡਾ ਅੰਦਰ ਜਦੋਂ ਤੱਕ ਪਵਿੱਤਰ ਨਹੀਂ ਹੁੰਦਾ, ਜਦੋਂ ਤੱਕ ਸਾਡੇ ਅੰਦਰ ਨੂੰ ਮੈਲ ਲੱਗੀ ਹੈ, ਸੱਚੇ ਪਾਤਸ਼ਾਹ ਕਹਿੰਦੇ ਉਦੋਂ ਤੱਕ ਤੂੰ ਪ੍ਰਵਾਨ ਨਹੀਂ ਹੋ ਸਕਦਾ। ਪਾਤਸ਼ਾਹ ਜੇ ਆਪਾਂ ਵਿਚਾਰ ਕਰੀਏ ਤੇ ਮੈਲ ਕਈ ਤਰ੍ਹਾਂ ਦੀ ਮੈਲ ਹੈ। ਮੈਲ ਦੇ ਨਾਲ
ਕੀ ਵਾਪਰਦਾ ਹੈ। ਜੇ ਆਪਾਂ ਦੇਖੀਏ ਤੇ ਮੈਲ ਦੇ ਨਾਲ ਦੂਰੀ ਵੱਧਦੀ ਹੈ। ਜਦੋਂ ਇੱਕ ਦੂਜੇ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਮੈਲ ਹੁੰਦੀ ਹੈ ਨਾ, ਤੇ ਤੁਸੀਂ ਦੇਖੋ ਕਿ ਸਾਡੀਆਂ ਦੂਰੀਆਂ ਵੱਧਦੀਆਂ ਨੇ। ਜੇ ਇੱਕ ਦੀ ਸੋਚ ਮਾੜੀ ਹੈ ਤੇ ਆਟੋਮੈਟਿਕਲੀ ਦੂਜੇ ਦੀ ਸੋਚ ਵਿੱਚ ਵੀ ਉਹ ਚੀਜ਼ ਆਉਣ ਲੱਗ ਪੈਂਦੀ ਹੈ, ਮੈਲ ਹੈ। ਕਿਸੇ ਦੇ ਮਾਰੇ ਮਾੜਾ ਸੋਚਣਾ, ਮਾੜਾ ਚਿਤਵਣਾ, ਸੱਚੇ ਪਾਤਸ਼ਾਹ ਕਹਿੰਦੇ ਤੂੰ ਜਦੋਂ ਇਸ ਚੀਜ਼ ਵਿੱਚ ਪੈ ਜਾਏਗਾ, ਸੰਸਾਰ ਵਿੱਚ ਤੂੰ ਜਿੱਦਾਂ ਦੇ ਮਰਜ਼ੀ ਕਰਮ ਕਰੀ ਜਾ, ਧਰਮ ਦੇ ਕਰਮ ਕਰਨ ਦੀ ਕੋਸ਼ਿਸ਼ ਕਰ, ਪਰ ਉਹ ਜੇ ਤੇਰਾ ਕੀਤਾ ਹੋਇਆ ਕਰਮ ਮੈਲਾ ਹੈ, ਉੱਪਰੋਂ ਤੂੰ ਦਿਖਾਵਾ ਕਰ ਰਹੇ ਹੈ ਕਿ ਮੈਂ ਕਰਮ ਕਰ ਰਿਹਾ ਹਾਂ, ਪਰ ਜੇ ਉਸ ਕਰਮ ਦੇ ਅੰਦਰ ਮੈਲ ਹੈ ਤੇ ਉਹ ਸਾਨੂੰ ਵਾਹਿਗੁਰੂ ਤੋਂ ਦੂਰ ਕਰਦੀ ਹੈ। ਦੂਜਾ ਮੈਲ ਕੀ ਕਰਦੀ ਹੈ? ਮੈਲ ਜਿਹੜੀ ਹੈ ਰੋਗ ਪੈਦਾ ਕਰਦੀ ਹੈ। ਜਦੋਂ ਸਾਡੇ ਅੰਦਰ ਮੈਲ ਵਧਣ ਲੱਗ ਪੈਂਦੀ ਹੈ, ਸੱਚੇ ਪਾਤਸ਼ਾਹ ਕਹਿੰਦੇ ਰੋਗ ਵੀ ਵੱਧਦੇ ਨੇ। ਜਿਉਂ-ਜਿਉਂ ਮੈਲ ਵੱਧਦੀ ਹੈ, ਸਾਡੇ ਮਨ ਦੇ ਉੱਪਰ ਮੈਲ ਚੜ੍ਹਦੀ ਜਾ ਰਹੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਮੈਲ ਜਿਹੜੀ ਹੈ ਅਸਲ ਨੂੰ ਛੁਪਾ ਦਿੰਦੀ ਹੈ। ਇਹ ਤਿੰਨ ਗੱਲਾਂ ਬੜੇ ਧਿਆਨ ਨਾਲ ਸਮਝਣ ਦਾ ਯਤਨ ਕਰਨਾ ਹੈ ਕਿ ਜਿਉਂ-ਜਿਉਂ ਸਾਡੇ ਮਨ ਦੇ ਉੱਤੇ ਮੈਲ ਚੜ੍ਹਦੀ ਜਾ ਰਹੀ ਹੈ, ਸੱਚੇ ਪਾਤਸ਼ਾਹ ਕਹਿੰਦੇ ਤਿਉਂ ਤੋਂ ਤੂੰ ਰੋਗਾਂ ਵੱਲ ਜਾ ਰਿਹਾ ਹੈ, ਤਿਉਂ ਤੂੰ ਅਸਲ ਤੋਂ ਦੂਰ ਹੋ ਰਿਹਾ ਹੈ, ਤੇ ਤਿਉਂ ਸੱਚੇ ਪਾਤਸ਼ਾਹ ਕਹਿੰਦੇ ਅਸਲ ਨੂੰ ਤੂੰ ਕਿਤੇ ਦੂਰ ਛੱਡ ਕੇ ਮੈਲ ਦੇ ਵਿੱਚ ਅਸਲ ਛੁਪਦਾ ਜਾ ਰਿਹਾ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਪਾਤਸ਼ਾਹ ਕਹਿੰਦੇ ਤੂੰ ਐ ਮੇਰੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੂੰ ਤੇ ਕੀ ਕਰ ਰਿਹਾ ਹੈ? ਤੂੰ ਮੈਲ ਲਾ ਰਿਹਾ ਹੈ ਆਪਣੇ ਮਨ ਨੂੰ। ਸੱਚੇ ਪਾਤਸ਼ਾਹ ਕਹਿੰਦੇ ਤੂੰ ਤੇ ਉਸ ਜੋਤ ਦਾ ਸਰੂਪ ਹੈ। ਤੂੰ ਯਤਨ ਕਰ, ਤੂੰ ਜੋਤ ਦਾ ਸਰੂਪ ਹੈ, ਤੂੰ ਉਸ ਜੋਤ ਵਿੱਚੋਂ ਪੈਦਾ ਹੋਇਆ ਹੈ ਤੇ ਉਸ ਜੋਤ ਵਿੱਚ ਹੀ ਸਮਾਉਣਾ ਹੈ। ਗੁਰਬਾਣੀ ਚ ਸ਼ਬਦ ਆਉਂਦਾ ਹੈ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸ਼ਾਹ। ਜਨਮਾਂ ਜਨਮਾਂਤਰਾਂ ਦੀ ਮਲ ਲੱਗ ਰਹੀ ਹੈ। ਜਿਉਂ-ਜਿਉਂ ਮਲ ਵੱਧਦੀ ਜਾ ਰਹੀ ਹੈ, ਇਹ ਜਿਹੜਾ ਮਨ ਹੈ ਉਸ ਮੈਲ ਦੇ ਅੰਦਰ ਲੁਕਦਾ ਜਾ ਰਿਹਾ ਹੈ, ਮਨ ਛੁਪਦਾ ਜਾ ਰਿਹਾ ਹੈ। ਤੇ ਜਿਉਂ-ਜਿਉਂ ਮਨ ਛੁਪਦਾ ਜਾ ਰਿਹਾ ਹੈ, ਸੱਚੇ ਪਾਤਸ਼ਾਹ ਕਹਿੰਦੇ ਤੂੰ ਜਿਹੜੇ ਕਰਮ ਕਰ ਰਿਹਾ ਹੈ, ਉਹ ਤੇਰੇ ਕਰਮ ਜਿਹੜੇ ਨੇ ਉਸ ਦਿਨ ਫਿਰ ਕਰਮ ਕਾਂਡ ਬਣ ਜਾਂਦੇ ਨੇ, ਜਿੱਦਣ ਤੂੰ ਕਰਮਾਂ ਨੂੰ ਕੇਵਲ ਤੇ ਕੇਵਲ ਕਰਮ ਸਮਝ ਕੇ ਕਰਦਾ ਹੈ। ਸੋ ਇਹਨੂੰ ਸਮਝਣ ਦਾ ਯਤਨ ਕਰੀਏ ਗੁਰੂ ਪਿਆਰਿਓ। ਕਰਮ ਜਿਹੜਾ ਹੈ ਉਹ ਕਾਂਡ ਕਿਸ ਦਿਨ ਬਣ ਜਾਂਦਾ ਹੈ, ਕਿਉਂਕਿ ਕਰਮ ਤੇ ਜਿਹੜੇ ਨੇ ਉਹ ਵੀ ਦੋ ਤਰ੍ਹਾਂ ਦੇ ਨੇ। ਇੱਕ ਕਰਮ ਉਹ ਹੈ ਜਿਹੜਾ ਅਸੀਂ ਪ੍ਰੇਮ ਦੇ ਵਿੱਚ, ਭਾਵਨਾ ਦੇ ਵਿੱਚ ਤੇ ਸ਼ਰਧਾ ਵਿੱਚ ਕਰਦੇ ਹਾਂ, ਤੇ ਇੱਕ ਕਰਮ ਉਹ ਹੈ ਜਿਹੜਾ ਭਾਵਨਾ ਤੋਂ ਹੀਣੇ ਹੋ ਕੇ, ਸ਼ਰਧਾ ਤੋਂ ਹੀਣੇ ਹੋ ਕੇ ਅਸੀਂ ਕਰਮ ਕਰ ਰਹੇ। ਕਰਮ ਦੋਵੇਂ ਨੇ, ਪਰ ਸੱਚੇ ਪਾਤਸ਼ਾਹ ਕਹਿ ਰਹੇ ਇਹਨਾਂ ਕਰਮਾਂ ਵਿੱਚ ਫਰਕ ਹੈ। ਇਹਨਾਂ ਕਰਮਾਂ ਕਰਕੇ ਕਰਮੀ ਸਹਿਜ ਨਾ ਹੀ ਉਪਜੈ। ਉਹਨਾਂ ਹੀ ਕਰਮਾਂ ਕਰਕੇ ਜਿਹੜੇ ਕਰਮ ਪ੍ਰੇਮ ਤੋਂ ਹੀਣੇ ਨੇ, ਜਿਨ੍ਹਾਂ ਕਰਮਾਂ ਦੇ ਵਿੱਚ ਪ੍ਰੇਮ ਪੈਦਾ ਨਹੀਂ ਹੋ ਰਿਹਾ, ਜਿਨ੍ਹਾਂ ਕਰਮਾਂ ਵਿੱਚ ਸ਼ਰਧਾ ਪੈਦਾ ਨਹੀਂ ਹੋ ਰਹੀ, ਉਹ ਕੇਵਲ ਤੇ ਕੇਵਲ ਬੰਦਾ ਦਿਖਾਵੇ ਕਰਕੇ ਕਰਦਾ ਹੈ ਵੀ ਹਾਂ ਜੇ ਮੈਂ ਧਰਮ ਦੇ ਕੰਮ ਕਰ ਰਿਹਾ ਤੇ ਮੈਂ ਕਿਸੇ ਨੂੰ ਦਿਖਾਵਾ ਕਰਾਂ, ਸੰਸਾਰ ਦੇ ਕਰਮ ਕਰ ਰਿਹਾ ਤੇ ਮੈਂ ਕਿਸੇ ਨੂੰ ਦਿਖਾਵਾ ਕਰਾਂ, ਤੇ ਉਹਨਾਂ ਕਰਮਾਂ ਨਾਲ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਣੀ। ਜੇ ਮੈਂ ਉਦਾਹਰਨ ਦਿਆਂ,
एक नदी के किनारे पे एक इंसान जाता है, वो जाके देखता है कि मैं कुछ पदार्थ ले जावा, कुछ दाना ले जावा, जाके मैं नदी दे विच ਜਿਹੜੀਆਂ फिश ने मच्छियां ने उन्होंने दाना खिला दिया। ਉਹਦਾ कर्म है, ਉਹਦੇ मन की सोच है, चंगी सोच है, कर्म वो भी है। ਆਪਾਂ कर्म ਨੂੰ ਸਮਝਣ ਦਾ ਯਤਨ ਕਰਨਾ ਹੈ। कर्म ਕੀ है? एक काम कर रहा है कि भले का कोई जीव है, ਉਹਨੂੰ मैं पदार्थ पा दिया, कुछ खाण ਲਈ दे दिया। एक इंसान होर बिरती का जाता है, वो जाके कहता है कि ये बड़िया मच्छियां इकट्ठियां हुई ने, मैं इन्हां ते जाल पावां ते इन्हां नूं बाहर कढ लवां। कर्म दोवें ही ने। एक कर्म है जिहड़ा प्रेम भावना ते प्यार विच कीता गया है, ते दूजा कर्म जिहड़ा है सच्चे पातशाह कहंदे वो प्रेम तो ही है। इसे तरह का साडे जीवन दे विच है। कुछ कर्म असीं करते हैं, गुरु घर आके सेवा की, गुरबाणी शब्द आउंदा है सेवा करत होए नेह कामी। श्री सुखमनी साहिब चौका पंक्ति पढ़ते हैं, सेवा करत, वो भी कर्म है, सेवा करत होए नेह कामी, तिसको होत प्राप्त स्वामी। सच्चे पातशाह कहते जे तू उस मालिक नूं प्राप्त करना है, फिर जेड़ा तू कर्म कर रहे हैं वो इच्छा तो रहत, कामना तो रहत, ते ओदे अंदर प्रेम होवे, ओदे अंदर श्रद्धा होवे। उस प्रेम ते श्रद्धा ते भावना नाल कीता होया कर्म तैनूं पवित्रता वल ले जाता है। ਜਿਹੜੀ ਆਪਾਂ ਪਿਛਲੀ ਪੌੜੀ ਪੜ੍ਹੀ ਨਾ, ਉਹਨੂੰ ਜੇ ਆਪਾਂ ਨਾਲ ਇਹਦੇ ਅਟੈਚ ਕਰਨ ਦਾ ਯਤਨ ਕਰੀਏ, ਪਵਿੱਤ ਹੋਏ ਸੇਜਣਾ। ਪਵਿੱਤਰਤਾ ਕਦੋਂ ਆਉਂਦੀ ਹੈ? ਸੱਚੇ ਪਾਤਸ਼ਾਹ ਕਹਿੰਦੇ ਪਵਿੱਤ ਹੋਏ ਸੇਜਣਾ ਜਿਨੀ ਹਰਿ ਧਿਆਇਆ। ਜਦੋਂ ਹਰੀ ਨੂੰ ਧਿਆਵਾਂਗੇ, ਸਾਡੇ ਕਰਮ ਜਿਹੜੇ ਨੇ ਉਹ ਕਰਮ ਸਾਡੇ ਕੇਵਲ ਤੇ ਕੇਵਲ ਕਰਮ ਕਾਂਡ ਨਾ ਹੋਣ। ਉਹ ਕਰਮ ਜਿਹੜੇ ਨੇ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਪ੍ਰੇਮ ਵਿੱਚ ਕੀਤਾ ਹੋਇਆ ਕਰਮ ਤੈਨੂੰ ਪਵਿੱਤਰਤਾ ਵੱਲ ਲੈ ਜਾਂਦਾ ਹੈ। ਆਓ ਨਾਲ ਦੀ ਨਾਲ ਆਪਾਂ ਜਿਹੜੀ ਸ਼ਬਦ ਹੈ ਉਹਨੂੰ ਵੀ ਸਮਝਣ ਦਾ ਯਤਨ ਕਰੀਏ। ਕਰਮੀ ਸਹਿਜ ਨਾ ਉਪਜੈ। ਸੱਚੇ ਪਾਤਸ਼ਾਹ ਕਹਿੰਦੇ ਕਰਮਾਂ ਕਰਕੇ ਸਹਿਜ ਪ੍ਰਾਪਤ ਨਹੀਂ ਹੋਣਾ। ਕਰਮ ਆਪਾਂ ਗੱਲ ਕੀਤੀ ਨਾ ਕਿ ਕਰਮ ਤੇ ਕੋਈ ਵੀ ਹੋ ਸਕਦਾ ਹੈ। ਉਹਨਾਂ ਕਰਮਾਂ ਕਰਕੇ ਤੂੰ ਸੰਸਾਰ ਵਿੱਚ ਚੱਲ ਰਿਹਾ ਹੈ, ਪਰ ਕਰਮਾਂ ਕਰਕੇ ਤੈਨੂੰ ਸਹਿਜ ਪ੍ਰਾਪਤ ਨਹੀਂ ਹੋਣਾ ਜਦ ਤੱਕ ਉਹ ਕਰਮ ਜਿਹੜਾ ਪ੍ਰੇਮ ਤੇ ਭਾਵਨਾ ਵਾਲਾ ਨਹੀਂ, ਜਦ ਤੱਕ ਉਹ ਕਰਮ ਜਿਹੜਾ ਕਰਮ ਕਾਂਡ ਹੈ, ਜਦ ਤੱਕ ਉਹ ਕਰਮ ਕੇਵਲ ਤੇ ਕੇਵਲ ਵਿਖਾਵੇ ਦਾ ਕਰਮ ਹੈ, ਜਦ ਤੱਕ ਉਹ ਕਰਮ ਅਸੀਂ ਕੇਵਲ ਤੇ ਕੇਵਲ ਲੋਕਾਚਾਰ ਲਈ ਕਰ ਰਹੇ ਹਾਂ, ਲੋਕਾਂ ਲਈ ਕਰ ਰਹੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਉਸ ਕਰਮ ਦੇ ਵਿੱਚੋਂ ਸਹਿਜ ਪ੍ਰਾਪਤ ਨਹੀਂ ਹੋ ਸਕਦਾ। ਉਸ ਕਰਮ ਦੇ ਵਿੱਚੋਂ ਤੈਨੂੰ ਉਸ ਵਾਹਿਗੁਰੂ ਦੀ ਬਖਸ਼ਿਸ਼ ਨਹੀਂ ਹੋ ਸਕਦੀ। ਉਸ ਕਰਮ ਦੇ ਵਿੱਚੋਂ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਕਹਿੰਦੇ ਉਹ ਕਰਮ ਕਿਹੜਾ ਹੈ? ਕਰਮ ਧਰਮ ਪਖੰਡ ਜੋ ਦਿਸੈ। ਜਿਹੜਾ ਕਰਮ ਧਰਮ ਤੂੰ ਕਰ ਰਿਹਾ ਪਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ। ਕਹਿੰਦੇ ਉਹ ਤੇ ਫਿਰ ਜਮਾਂ ਦੀ ਮਾਰ ਸਹਿਣੀ ਪਵੇਗੀ। ਜਮ ਜਗਾਤੀ ਉਹ ਲੁੱਟ ਲੈਂਦੇ ਨੇ ਕਰਮ। ਜਮਾਂ ਦੀ ਵਸ ਆ ਕੇ ਤੂੰ ਉਹ ਕਰਮ ਕਰ ਰਿਹਾ ਹੈ। ਪਾਤਸ਼ਾਹ ਕਹਿੰਦੇ ਨਿਰਵਾਣ ਕੀਰਤਨ ਗਾਵੋ ਕਰਦੇ ਕਾ ਨਿਮਖ ਸਿਮਰਤ ਜਿਤ ਛੂਟੈ। ਹੁਣ ਦੋ ਚੀਜ਼ਾਂ ਨੇ, ਕਰਮ ਦੋ ਤਰੀਕੇ ਨਾਲ ਹੋ ਰਿਹਾ ਹੈ। ਹਵਾ ਵਗ ਰਹੀ ਹੈ, ਜੇ ਹਵਾ ਜੇ ਆਪਾਂ ਦੂਜੇ ਅੱਖਰ ਦੀ ਗੱਲ ਕਰੀਏ ਨਾ, ਕਰਮੀ ਸਹਿਜ ਨਾ ਉਪਜੇ। ਸਹਿਜ ਕੀ ਹੈ? ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਹਵਾ ਵਗਦੀ ਹੈ, ਜੇ ਉਹ ਹਵਾ ਸਹਿਜ ਵਿੱਚ ਵਗ ਰਹੀ ਹੈ, ਜੇ ਅਸੀਂ ਧਿਆਨ ਦੇਈਏ, ਜੇ ਹਵਾ ਆਪਣੇ ਸਹਿਜ ਵਿੱਚ ਵਗ ਰਹੀ ਹੈ ਤੇ ਉਹ ਜੀਵਨ ਦਿੰਦੀ ਹੈ। ਤੇ ਜੇ ਹਵਾ ਦਾ ਜਿਹੜਾ ਕਰਮ ਹੈ ਉਹ ਸਹਿਜ ਤੋਂ ਉੱਪਰ ਹੋ ਜਾਵੇ, ਟਿਕਾ ਵਿੱਚ ਨਾ ਹੋਵੇ ਹਵਾ, ਤੇ ਉਹ ਬੜਾ ਉਜਾੜਾ ਵੀ ਕਰ ਦਿੰਦੀ ਹੈ। ਆਪ ਸਭ ਨਾਮ ਸ਼੍ਰੀ ਵਾਹਿਗੁਰੂ। ਦੂਜੀ ਗੱਲ ਜੇ ਆਪਾਂ ਕਰੀਏ ਪਾਣੀ ਦੀ, ਜੇ ਪਾਣੀ ਸਹਿਜ ਅਵਸਥਾ ਵਿੱਚ ਹੈ ਤੇ ਸਾਨੂੰ ਉਹ ਪਾਣੀ ਬੜਾ ਕੁਝ ਦਿੰਦਾ ਹੈ, ਬੜਾ ਜੀਵਨ ਦਿੰਦਾ ਹੈ।
ਤੇ ਜੇ ਉਹ ਪਾਣੀ ਸਹਿਜ ਤੋਂ ਉੱਪਰ ਹੋ ਜਾਵੇ ਤੇ ਉਹੀ ਪਾਣੀ ਜਿਹੜਾ ਸਾਡੇ ਮੌਤ ਦਾ ਕਾਰਨ ਬਣ ਜਾਂਦਾ ਜਦੋਂ ਹੜ੍ਹ ਆ ਜਾਂਦੇ ਨੇ। ਕਿਉਂ? ਜਦੋਂ ਜ਼ਿੰਦਗੀ ਦੇ ਵਿੱਚੋਂ ਸਹਿਜ ਖਤਮ ਹੋ ਗਿਆ, ਸਾਡੇ ਕਰਮਾਂ ਦੇ ਵਿੱਚੋਂ ਜਿਸ ਦਿਨ ਸਹਿਜ ਨਹੀਂ ਨਾ ਆਇਆ, ਜਿਸ ਦਿਨ ਸਾਡੇ ਕਰਮਾਂ ਦੇ ਵਿੱਚ ਕਰਦੇ ਆ ਕਰਮ ਕਰਨੇ ਜ਼ਰੂਰੀ ਨੇ, ਆਪਾਂ ਇੱਥੇ ਕਰਮਾਂ ਦਾ ਖੰਡਨ ਨਹੀਂ ਕਰ ਰਹੇ। ਸੱਚੇ ਪਾਤਸ਼ਾਹ ਕਹਿੰਦੇ ਕਰਮ ਕਰਨਾ ਪੈਣਾ ਹੈ। ਉਸ ਕਰਮ ਨੇ ਕਰਦਿਆਂ ਇੱਕ ਦਿਨ ਤੈਨੂੰ ਧਰਮ ਤੱਕ ਲਿਜਾਣਾ ਹੈ। ਉਸ ਕਰਮ ਨੇ ਕਰਦਿਆਂ ਇੱਕ ਦਿਨ ਤੈਨੂੰ ਸੱਚਖੰਡ ਤੱਕ ਲਿਜਾਣਾ ਹੈ। ਪਰ ਉਹ ਕਰਮ ਕਿਹੜਾ ਹੈ? ਜਿਹੜਾ ਕਰਮ ਕਰਕੇ ਤੂੰ ਸਹਿਜ ਅਵਸਥਾ ਨੂੰ ਪ੍ਰਾਪਤ ਹੋਵੇਂ। ਤੇ ਸਹਿਜ ਅਵਸਥਾ ਕਿਹੜੀ ਹੈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਜੇ ਹਵਾ ਸਹਿਜ ਵਿੱਚ ਵਗ ਰਹੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਹਵਾ ਜੀਵਨ ਦਿੰਦੀ ਹੈ। ਜੇ ਪਾਣੀ ਸਹਿਜ ਵਿੱਚ ਵਗ ਰਿਹਾ ਹੈ ਤੇ ਉਹ ਪਾਣੀ ਵੀ ਜੀਵਨ ਦਿੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜੇ ਆਪਾਂ ਤੀਜੀ ਉਦਾਹਰਨ ਲਈਏ ਅੱਗ ਦੀ, ਬਸੰਤਰ ਦੀ ਜੇ ਆਪਾਂ ਉਦਾਹਰਨ ਲਈਏ, ਸੱਚੇ ਪਾਤਸ਼ਾਹ ਕਹਿੰਦੇ ਅੱਗ ਵੀ ਜੇ ਬੜੇ ਸਹਿਜ ਵਿੱਚ ਆਪਾਂ ਲਾਉਂਦੇ ਆ ਨਾ ਤੇ ਉਹਦੇ ਤੇ ਭੋਜਨ ਪੱਕਦਾ ਹੈ, ਸਾਨੂੰ ਪਦਾਰਥ ਮਿਲਦੇ ਨੇ। ਉਹ ਅੱਗ ਜਿਹੜੀ ਹੈ ਸਾਨੂੰ ਪਦਾਰਥ ਦਿੰਦੀ ਹੈ ਪਕਾ ਕੇ। ਤੇ ਜੇ ਉਹੀ ਅੱਗ ਕਿਤੇ ਲੱਗੀ ਹੋਵੇ ਤੇ ਕਿਸੇ ਦਾ ਘਰ ਵੀ ਸਾੜ ਦਿੰਦੀ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸੋ ਸਾਡੇ ਜਿਹੜੇ ਕਰਮ ਨੇ, ਸਭ ਤੋਂ ਪਹਿਲਾਂ ਕਰਮ ਕਿਹੋ ਜਿਹਾ ਹੋਣਾ ਚਾਹੀਦਾ ਹੈ? ਸੱਚੇ ਪਾਤਸ਼ਾਹ ਨੇ ਸਾਨੂੰ ਸਹਿਜ ਅਵਸਥਾ ਦੱਸ ਦਿੱਤੀ। ਸਹਿਜ ਅਵਸਥਾ ਕਿਵੇਂ ਹੁੰਦੀ ਹੈ? ਸੱਚੇ ਪਾਤਸ਼ਾਹ ਨੇ ਜੇ ਹੁਣ ਆਪਾਂ ਇਹਨਾਂ ਦੋਵਾਂ ਚੀਜ਼ਾਂ ਨੂੰ ਜੋੜਨ ਦਾ ਯਤਨ ਕਰੀਏ, ਕਰਮੀ ਸਹਿਜ ਨਾ ਉਪਜੈ। ਕਰਮਾਂ ਕਰਕੇ ਪਾਤਸ਼ਾਹ ਕਹਿੰਦੇ ਤੇਰੀ ਜ਼ਿੰਦਗੀ ਵਿੱਚ ਸਹਿਜ ਨਹੀਂ ਆਉਣਾ। ਪਰ ਕਰਮਾਂ ਕਰਕੇ ਸਹਿਜ ਨਹੀਂ ਆਉਣਾ, ਪਰ ਕਰਮ ਕਿੱਦਾਂ ਦਾ ਕਰਨਾ ਹੈ ਜਿਸ ਨਾਲ ਤੇਰੀ ਜ਼ਿੰਦਗੀ ਦੇ ਵਿੱਚ ਸਹਿਜ ਆ ਜਾਵੇ। ਕਰਮੀ ਸਹਿਜ ਨਾ ਨਹੀਂ ਜਾਣਾ। ਤੇਰੇ ਅੰਦਰੋਂ ਸਹਿਸੇ ਤੋਂ ਭਾਵ ਹੈ ਸ਼ੰਕਾ, ਸ਼ੱਕ ਕਰਨਾ, ਭਟਕਣਾ ਦੇ ਵਿੱਚ ਫਿਰਨਾ। ਜਦੋਂ ਤੂੰ ਦੁਬਿਧਾ ਵਿੱਚ ਫਿਰ ਰਿਹਾ ਹੈ, ਜਦੋਂ ਤੂੰ ਭਟਕਣਾ ਵਿੱਚ ਫਿਰ ਰਿਹਾ ਹੈ, ਇਹਦਾ ਮਤਲਬ ਹੈ ਕਰਮਾਂ ਕਰਕੇ ਤੇਰੇ ਅੰਦਰ ਸਹਿਜ ਨਹੀਂ ਆਇਆ। ਤੇਰੇ ਅੰਦਰ ਸਹਿਸਾ ਹੈ, ਹਜੇ ਭਟਕਣਾ ਹੈ ਤੇਰੇ ਅੰਦਰ। ਜਦੋਂ ਤੂੰ ਭਟਕਣਾ ਵਿੱਚ ਹੈ, ਸੱਚੇ ਪਾਤਸ਼ਾਹ ਗੁਰਬਾਣੀ 'ਚ ਸ਼ਬਦ ਆਉਂਦਾ ਹੈ, ਜਾਂ ਕੈ ਹਿਰਦੈ ਠਾਕੁਰ ਹੋਏ ਤਾਂ ਕੋ ਸਹਿਸਾ ਭੁੱਲੇ ਨਾ ਹੋਏ। ਜਿਹਦੇ ਆਣਾ ਨਹੀਂ ਪੈਂਦਾ, ਆਪਣੇ ਆਪ ਹੁੰਦਾ ਹੈ। ਸ਼ਬਦ ਉਸ ਨੂੰ ਇੰਨੀ ਕੁ ਸਹਿਜ ਅਵਸਥਾ ਦੇ ਦਿੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਊਠਤ ਬੈਠਤ ਸੋਬਤ ਨਾਮ। ਤੈਨੂੰ ਕਰਨਾ ਨਹੀਂ ਪੈਂਦਾ, ਫਿਰ ਤੈਨੂੰ ਮਿਹਨਤ ਨਹੀਂ ਕਰਨੀ ਪੈਂਦੀ ਉਹਦੇ ਲਈ। ਉਹ ਫਿਰ ਆਪਣੇ ਆਪ ਸਹਿਜ ਅਵਸਥਾ ਦੇ ਵਿੱਚ ਕਰਮ ਹੋਣ ਲੱਗ ਪੈਂਦਾ ਹੈ। ਕਈ ਵਾਰੀ ਬੰਦਾ ਕੋਸ਼ਿਸ਼ ਕਰਦਾ ਹੈ ਆਪਣੇ ਵੱਲੋਂ ਦਿਖਾਵਾ ਕਰਨ ਦੀ, ਹੁੰਦਾ ਨਹੀਂ ਉਹ ਕਰਮ। ਸੱਚੇ ਪਾਤਸ਼ਾਹ ਕਹਿੰਦੇ ਬੰਦਾ ਦਿਖਾਵਾ ਕਰਦਾ ਹੈ ਵੀ ਮੈਂ ਆਪ ਹੀ ਕਰ ਲਵਾਂ, ਵੀ ਮੈਂ ਬੜਾ ਸੋਹਣਾ। ਜੇ ਮੈਂ ਆਪਣੀ ਐਗਜ਼ਾਮਪਲ ਲਵਾਂ ਜੀ, ਮੈਂ ਦਿਖਾਵੇ ਦਾ ਕਰਮ ਕਰਾਂ ਕਿ ਮੈਂ ਬੜਾ ਵਧੀਆ ਕੀਰਤਨ ਕਰ ਰਿਹਾ ਜੀ, ਬੜੀ ਸੋਹਣੀ ਕਥਾ ਕਰ ਰਿਹਾ। ਇੱਕ ਕਥਾ ਹੁੰਦੀ ਹੈ, ਅਸੀਂ ਦਿਖਾਵੇ ਦੀ ਕਰਨੀ, ਸਾਡਾ ਆਪਣਾ ਜੀਵਨ ਨਾ ਹੋਣਾ। ਜਦੋਂ ਜੀਵਨ ਕਰਕੇ ਉਹ ਗੱਲਾਂ ਤੁਹਾਡੀ ਜ਼ਿੰਦਗੀ ਵਿੱਚ ਆ ਜਾਂਦੀਆਂ ਨੇ, ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ। ਤੁਹਾਡੇ ਅਭਿਆਸ ਵਿੱਚੋਂ, ਤੁਹਾਡੇ ਜੀਵਨ ਵਿੱਚੋਂ ਉਹ ਗੱਲਾਂ ਦਿਸਦੀਆਂ ਨੇ। ਸੱਚੇ ਪਾਤਸ਼ਾਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਮੂੰਹੋਂ ਕੁਝ ਕਿਹਾ ਨਹੀਂ। ਸੱਚੇ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਸਾਨੂੰ ਐਸੀਆਂ ਗੱਲਾਂ ਪ੍ਰਾਪਤ ਹੁੰਦੀਆਂ ਨੇ। ਅਸੀਂ ਦੇਖਦੇ ਹਾਂ ਸਾਡੇ ਗੁਰੂਆਂ ਦੇ ਜੀਵਨ, ਸਾਡੇ ਸਿੰਘਾਂ ਦੇ ਜੀਵਨ, ਗੁਰਮੁਖਾਂ ਦੇ ਭਗਤਾਂ ਦੇ ਜੀਵਨ, ਉਹਨਾਂ ਦੇ ਜੀਵਨ ਦੇ ਵਿੱਚ ਕਿੰਨਾ ਕੁ ਸਹਿਜ ਹੈ। ਗੁਰਬਾਣੀ ਤੇ ਇੱਕ ਹੋਰ ਸ਼ਬਦ ਆਇਆ ਹੈ, ਪਾਤਸ਼ਾਹ ਕਹਿੰਦੇ ਪਾੜ ਪੜੋਸਨ ਪੂਛ ਲੈ ਨਾਮਾ ਕਾਪੇ ਸ਼ਾਨ ਛਵਾਈ ਹੋ। ਤਾਪੇ ਦੁਗਣੀ ਮਜ਼ਦੂਰੀ ਦੇਉ ਮੌਕੇ ਬੇਟੀ ਦੇਹ ਬਤਾਈ ਹੋ। ਕਹਿੰਦੇ ਨਾਮਦੇਵ ਜੀ ਨੂੰ ਨਾ ਕਿਸੇ ਨੇ ਪੁੱਛ ਲਿਆ, ਪੜੋਸੀਆਂ ਨੇ ਕਿਸੇ ਨੇ ਪੁੱਛਿਆ ਭਗਤ ਨਾਮਦੇਵ ਜੀ ਨੂੰ ਕਿ ਜਿਹੜਾ ਤੁਸੀਂ ਆਪਣਾ ਹਿਰਦਾ ਘਰ ਇੰਨਾ ਸਹਿਜ ਵਾਲਾ ਬਣਾਇਆ ਹੈ। ਆਪਾਂ ਇੱਥੇ ਉਦਾਹਰਨ ਉਹਨਾਂ ਨੇ ਬਾਹਰ ਦੀ ਦਿੱਤੀ ਹੈ ਵੀ ਜਿਹੜੀ ਤੂੰ ਆਪਣੀ ਛੱਪੜੀ ਬਣਾਈ ਹੈ ਉਹ ਇੰਨੀ ਸੋਹਣੀ ਕਿਵੇਂ ਬਣਾ ਲਈ, ਕਿਵੇਂ ਬਣਾਈ ਹੈ? ਅਸੀਂ ਦੁੱਗਣੀ ਮਜ਼ਦੂਰੀ ਦੇਵਾਂਗੇ, ਦੁੱਗਣੇ ਪੈਸੇ ਦੇ ਦੇਵਾਂਗੇ, ਸਾਡੀ ਇਸ ਤੋਂ ਸੋਹਣੀ ਬਣਾ ਦੇ ਕੋਈ। ਪਰ ਭਗਤ ਨਾਮਦੇਵ ਜੀ ਕਹਿੰਦੇ ਨਹੀਂ, ਕਹਿੰਦੇ ਜਿਹੜੀ ਅੰਦਰ ਦਾ ਸਹਿਜ ਹੈ ਨਾ,
मुको बेटी देन न जाए, देख बेटी रियो समाई, इस दी असी मजूरी दे के इस नूं असी पदार्थां नाल धन नाल सहज नहीं खरीद सकते। जिहड़ी असी ये छपरी बनाई है, नाम दी जिहड़ी छपरी है ना, ये पदार्थां नाल कर्म कांड ते विखावे नाल नहीं खरीदी जा सकती। इस छपरी नूं बनाउण लई सहज शब्द दी विचार एकाग्रता जिहड़ा तेरा कर्म है, कर्म कांड तो उपर होके जदों कर्म धर्म बन जाता है, कर्म कांड तो उपर होके जदों कर्म सहज कर्म बन जाता है, जदों हवा सहज विच वगण लग पैंदी है, जदों अग सहज दे विच पदार्थ बनाउण लग पैंदी है, जदों पानी सहज विच वगदा है, ते गुरु प्यारिओ ये साडे जीवन नूं किथे नूं ले जांदा है? आनंद की अवस्था वाल हो जाता है। आपको सतनाम श्री वाहिगुरू। सच्चे पातशाह कहते एहो संसार विकार संसे में तरियो ब्रह्म ज्ञानी। जिहड़ा ब्रह्म की अवस्था नूं प्राप्त होया इस संसार दे विच विकारां दे विच, सच्चे पातशाह कहते विकारां दा अन्ना खूह है। जिन्हों यह समझ लग जाती है ना, साहिब मेरा एको है भाई एको है। जो शब्द की समझ लग जाती है कि हाँ एक नूं फोकस करना है, एक दे मगर तुरना है। दुनिया विखावे दी है, दुनिया संसार नूं असीं विखावे दे नाल नहीं जित सकते। जदों असीं एक दे मगर लगांगे ना, संसार मगर आवेगा। गुरबाणी च शब्द आउंदा है, आपां नित कई बारी हुक्म दे रूप विच भी उहनूं सरवण करदे हां। पाठ पढ़िओ अर वेद विचारिओ, निवल भयंकम साधे, पंच जना स्यों संग ना छुटकिओ, अधिक अहम बुद्ध बांधे। जिहड़े कर्म कीते ने सच्चे पातशाह कहंदे कर्म कांड ने। पाठ पढ़िओ और वेद विचारिओ, निवल भयंकम साधे, पंच जना स्यों संग ना छुटकिओ, अधिक अहम बुद्ध बाते प्यारे, इन विद मिलन न जाई। मैं किए कर्म अनेका हार परिओ, मैं कर्म ते बहुत कीते। पातशाह कहंदे जिदन हार परिओ स्वामी के द्वारे। कर्म करके तो रब नूं प्राप्त नहीं कर सकता, कर्म करके असीं सहज नूं प्राप्त नहीं कर सकते। जिदन कर्म करके असीं हार के उस मालक दे दर ते आवांगे ना, हार परिओ स्वामी के द्वारे। की करो मालक? दीजै बुद्ध विवेका। मैनूं विवेक बुद्धि दे सच्चे पातशाह, मैं कर्मां नाल तैनूं प्राप्त नहीं कर सकता। कर्म करके असीं उस मालक नूं, कर्म करने ते बड़े जरूरी ने, पर किहड़े कर्म करने जरूरी ने वो सानूं पता लगना चाहिए। पातशाह कहते नह जाए सहसा कितै संजम, रहे कर्म कमाए। ये किसी भी मेहनत नाल, किसी संजम नाल ये सहसा नहीं जा रहा, भरम नहीं जा रहा, साडे अंदरों पखंड नहीं जा रहा, कर्म कांड नहीं जा रहा। क्यों? क्योंकि ये जिहड़े कर्म ने सारे सानू धर्म तो दूर ले जाते हैं। असीं सोचते हैं ये कर्म करके असीं धर्म वाल जा रहे हैं, पर वाहिगुरू कहते ने ये कर्म करके तो केवल ते केवल कर्म कांड कर रहे हैं। तीजी शब्द पंक्ति आखी सच्चे पातशाह ने, सहसे जियो मलीन है। इत्थे सहसा शब्द बड़ी बारी आया है। सहसे तो भाव आपां बार-बार समझण दा यतन कीता, जिहदे अंदर भटकना है, जिहदे अंदर दुबदा है, जिहदे अंदर अजे एकाग्रता नहीं बनी, जिहदे अंदर अजे टिका नहीं बनिया। सच्चे पातशाह कहंदे वो भटकना जी घूम रहा, सहज नहीं मिलेगा। सहसे जियो मलीन है, तेरे अंदर मैल भरी रहेगी। कित संजम धोता जाए। फिर सवाल किया सच्चे पातशाह ने, कहते केस संजम दे नाल, केस मेहनत नाल, केड़ा कर्म करा, केड़ी मेहनत करा कि ये जिहड़ा मन है धोता जाए। सवाल किया सच्चे पातशाह ने पहला, फिर आंसर दिता अगली लाइन दे विच, मन धोवो शब्द लागो। मन नूं धोना पैना है शब्द दे नाल। जदों शब्द दे नाल मन नूं धोण दा यतन करांगे ना, ते जिंदगी च की आवेगा? सहज आवेगा। ते गुरबाणी च शब्द आया, उन्नी दुनिया तोड़े बंधना, अन्न पानी
थोड़ा खाया। एक आदि अवस्था है जी, सहज की अवस्था। जदों सतगुरु सच्चे पातशाह ने संसार में देखिया कि कई तरह के लोग ने, एक जोगी ने जिहड़े प्रशादा छकते नहीं, वो कहते जी बस असी धूणियां दबा के बैठे हैं। एक लोग ने जिहड़े कहते प्रशादा छकण तो बगैर रब नहीं मिल सकता। अलग अलग तरह की दुनिया है। जदों सारा संसार वाहिगुरु दा कुदरत सच्चे पातशाह ने देखण दा यतन कीता ते सच्चे पातशाह कहते मैं उन्होंने एक सहज की अवस्था दे रहा, एक बैलेंस की अवस्था। ओनी दुनिया तोड़े बंधना, कहते ना ज्यादा छकना है ना घट छकना है, सहज रहना है। अन्न पानी थोड़ा खाया, तू बख्शीशी अगला नित देवै, चढ़े सवाया वड्याई वड्डा पाया। उस मालिक को असीं किवें पा सकते हैं जो सहज विच जावांगे। पातशाह कहते नगन फिरत नहीं पाई है जोग। कहते वो लोग कहते सन भी आपां नंगे रवांगे तो शायद योग प्राप्त हो जाए, उस वाहिगुरू नूं मिल जाइए। पर सच्चे पातशाह कहते सहज की अवस्था नहीं। जे सहज की अवस्था देखनी है, सानू गुरु अर्जन देव महाराज सच्चे पातशाह जिन्हां दा शहीदी दिहाड़ा हुंदा है, तत्ती तवी ते बैठे ने तां भी सहज है, अडोल अवस्था है। वो सहज केवल ते केवल कर्म नाल नहीं। सच्चे पातशाह कहते जे तू कला करेगा कि मैनू कर्म नाल सहज प्राप्त होवे, ते मालक कहते नहीं, हर चौथड़ी नाम मन सहज कर, तेरे अंदर सहज की अवस्था आ जाए। हर पाया बलराम जी, जिदन सहज पा लिया उदन असी हरि नूं पा लेना है। मन धोवो शब्द लागो हर स्यों रहो जित लाए। जिथे सवाल किया पातशाह ने कि ये जिहड़ा अंदर दा सैसा है, भरम है, किवें जावे। मन नूं धोण दे नाल, शब्द नाल लगण नाल ये सैसा जा सकदा है। पातशाह कहंदे कहे नानक गुर प्रसादी, गुरु की कृपा नाल, गुरु की बख्शिश नाल। अखीर ते जदों भी मैं बार बार यही गल करना, गुरु की बख्शिश तो बिना ये सहज भी नहीं आ सकता। गुर प्रसादी सहज कहे नानक, गुर प्रसादी सहज उपजे, ए सहसा ए बजाए। इदां करके तेरे अंदरों ये सहसा मुक सकता है, ये भटकना मुक सकती है। गुरु कृपा करे, गुरु बख्शिश करे ते साडे अंदरों ये सहसा चले जावे, ते साडे अंदर पवित्रता शब्द दे नाल जुड़ के आ सकती।